माँ दा दर्द। मेरा नवां विआह होया सी ते मैं बहुत खुश सी। मालक ने मैनू उहो जिहा ही हमसफर दिता सी जिहो जिहा मैं चाहुंदा सी। प्यारी जही मैनू समझण वाली, मेरा ध्यान रखण वाली ते मेरी दोस्त। साडा परिवार काफ़ी मॉडर्न सी। मेरा वड्डा भरा अपने परिवार नाल वखरा रहिंदा सी ते मेरी माँ मेरे नाल रहिंदी सी। मेरे पिता 2 साल पहलां ही इस दुनिया तो जा चुके सन। मेरा सारा समा मेरी पत्नी नाल ही बीतदा सी। दफ्तर जांदा तां उत्थों पत्नी नूं फोन करदा ते हाल चाल पुछदा। सवेरे जदों दफ्तर जांदा तां माँ अपने कमरे 'च बैठी माला जप रही हुंदी। रात नूं आंदा तां माँ नूं नमस्ते करके सिद्धा अपने कमरे 'च अपनी पत्नी रमा कोल चला जांदा। माँ कोल बैठन ਜਾਂ ਮਿਲਣ ਦਾ ਸਮਾਂ ਹੀ ਨਹੀਂ ਮਿਲਦਾ ਸੀ। ਮੈਂ ਖਾਣਾ ਵੀ ਆਪਣੇ ਕਮਰੇ 'ਚ ਹੀ ਖਾਂਦਾ ਸੀ। ਇੱਕ ਦਿਨ ਮਾਂ ਮੈਨੂੰ ਆਖਣ ਲੱਗੀ ਕਿ ਪੁੱਤ ਆਪਣੀ ਮਾਂ ਦਾ ਵੀ ਹਾਲ ਪੁੱਛ ਲਿਆ ਕਰ। ਮੈਂ ਥੋੜਾ ਜਿਹਾ ਮੁਸਕਰਾਇਆ ਤੇ ਕਿਹਾ, ਮਾਂ ਤੁਹਾਨੂੰ ਪਤਾ ਹੀ ਹੈ ਦਫ਼ਤਰ 'ਚ ਬਹੁਤ ਕੰਮ ਹੁੰਦੇ ਤੇ ਕੰਮ ਕਰਕੇ ਥੱਕ ਜਾਂਦਾ ਹਾਂ। ਮਾਂ ਨੇ ਸਿਰ ਤੇ ਹੱਥ ਫੇਰਿਆ ਤੇ ਮੇਰੇ ਲਈ ਦੁਆ ਕੀਤੀ ਤੇ ਮੈਨੂੰ ਕਿਹਾ ਕਿ ਜਾ ਪੁੱਤ ਜਾ ਕੇ ਆਰਾਮ ਕਰ। ਮਾਂ ਦੇ ਗੋਡਿਆਂ 'ਚ ਬਹੁਤ ਦਰਦ ਹੋ ਰਿਹਾ ਸੀ ਤੇ ਸ਼ਾਇਦ ਉਹ ਮੈਨੂੰ ਕਹਿਣਾ ਚਾਹੁੰਦੀ ਸੀ ਕਿ ਉਸ ਨੂੰ ਡਾਕਟਰ ਕੋਲ ਲੈ ਜਾਓ। ਪਰ ਜਦੋਂ ਮੈਂ ਕਿਹਾ ਕਿ ਮੈਂ ਥੱਕਿਆ ਹੋਇਆ ਹਾਂ ਤਾਂ ਮਾਂ ਨੇ ਮੈਨੂੰ ਆਰਾਮ ਕਰਨ ਨੂੰ ਆਖ ਦਿੱਤਾ। ਕਮਰੇ 'ਚ ਗਿਆ ਤਾਂ ਮੇਰੀ ਪਤਨੀ ਨੇ ਆਖਿਆ ਕਿ ਅੱਜ 버ਗਰ ਖਾਣ ਨੂੰ ਦਿਲ ਕਰ ਰਿਹਾ। ਜਾਨ ਬਾਹਰੋਂ 버ਗਰ ਤਾਂ ਲੈ ਆਓ। ਮੈਂ ਘੜੀ ਵੱਲ ਦੇਖਿਆ ਤਾਂ 10 ਵੱਜ ਚੁੱਕੇ ਸਨ। ਮੈਂ ਉਸ ਨੂੰ ਕਿਹਾ ਕਿ ਸਮਾਂ ਦੇਖੋ ਤਾਂ ਉਹ ਆਖਣ ਲੱਗੀ, ਫਿਰ ਕੀ ਹੋਇਆ, ਜਾਓ ਮੇਰੇ ਲਈ 버ਗਰ ਲੈ ਕੇ ਆਓ। ਜਦੋਂ ਮੈਂ ਕਮਰੇ 'ਚੋਂ ਬਾਹਰ ਆਇਆ ਤਾਂ ਮੇਰੀ ਮਾਂ ਖੁਦ ਆਪਣੇ ਗੋਡੇ ਕੁੱਟ ਰਹੀ ਸੀ। ਸ਼ਾਇਦ ਉਹਨਾਂ ਤੋਂ ਦਰਦ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਅਣਦੇਖਿਆ ਕਰਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਮਾਂ ਨੇ ਪੁੱਛਿਆ ਕਿ ਇਸ ਸਮੇਂ ਕਿੱਥੇ ਜਾ ਰਹੇ ਹੈ ਪੁੱਤ। ਮੈਂ ਕਿਹਾ ਕਿ ਮਾਂ रमा ਦੇ ਸਿਰ 'ਚ ਦਰਦ ਹੈ, ਉਸਨੇ ਖਾਣਾ ਨਹੀਂ ਖਾਧਾ, ਉਸ ਲਈ 버ਗਰ ਲੈਣ ਜਾ ਰਿਹਾ। ਮੇਰੀ ਗੱਲ ਸੁਣ। ਮਾਂ ਨੇ ਠੰਡਾ ਹੌਂਕਾ ਭਰਿਆ ਤਾਂ ਪੁੱਤ ਉਸ ਨੂੰ ਡਾਕਟਰ ਕੋਲ ਲੈ ਜਾਣਾ ਸੀ। ਜਦੋਂ ਮੈਂ ਜਾਣ ਲੱਗਿਆ ਤਾਂ ਮਾਂ ਨੇ ਵੀ ਆਖ ਦਿੱਤਾ ਕਿ ਪੁੱਤ ਮੇਰੇ ਗੋਡਿਆਂ 'ਚ ਦਰਦ ਹੈ, ਆਉਂਦੇ ਸਮੇਂ ਦਵਾਈ ਲੈ ਆਵੀਂ। ਮੈਂ ਬਾਜ਼ਾਰ ਚਲਾ ਗਿਆ। 버ਗਰ ਦੀ ਦੁਕਾਨ 'ਤੇ ਕਾਫੀ ਭੀੜ ਸੀ। ਉੱਥੇ ਇੱਕ ਦੋਸਤ ਮਿਲ ਗਿਆ, ਉਸ ਨਾਲ ਗੱਲਾਂ ਕਰਨ ਲੱਗਾ। ਐਨੇ 'ਚ 버ਗਰ ਤਿਆਰ ਹੋ ਗਿਆ। 버ਗਰ ਲੈ ਕੇ ਘਰ ਆਇਆ। ਮਾਂ ਨੇ ਲੰਘ ਮਾਰਦੇ ਹੋਏ ਗੇਟ ਖੋਲ੍ਹਿਆ। ਮੈਂ ਮੋਟਰਸਾਈਕਲ ਖੜੀ ਕਰਕੇ ਕਮਰੇ 'ਚ ਜਾਣ ਲੱਗਾ ਤਾਂ ਮਾਂ ਨੇ ਪੁੱਛਿਆ ਕਿ ਪੁੱਤ ਮੇਰੀ ਦਵਾਈ ਨਹੀਂ ਲਿਆਇਆ। ਮੈਂ ਸਿਰ 'ਤੇ ਹੱਥ ਰੱਖਿਆ ਤੇ ਕਿਹਾ ਕਿ ਮਾਂ ਭੁੱਲ ਗਿਆ, ਹੁਣੇ ਲੈ ਆਉਂਦਾ ਹਾਂ। ਮਾਂ ਹੱਸੀ ਤੇ ਕਿਹਾ, ਨਾ ਪੁੱਤ ਹੁਣ ਰਹਿਣ ਦੇ, ਤੂੰ ਆਰਾਮ ਕਰ, ਕੱਲ੍ਹ ਨੂੰ ਲੈ ਆਵੀਂ। ਮੈਂ ਕਮਰੇ 'ਚ ਗਿਆ ਤਾਂ रमा 버ਗਰ ਖਾਣ ਲੱਗੀ ਤੇ ਮੈਂ ਗੇਮ ਖੇਡਣ ਲੱਗਾ। ਮਾਂ ਸ਼ਾਇਦ ਉਸ ਰਾਤ ਦਰਦ ਨਾਲ ਤੜਫ ਰਹੀ ਸੀ ਪਰ ਮੈਂ ਬੇਖਬਰ ਰਿਹਾ। ਇਸੇ ਤਰ੍ਹਾਂ ਦਿਨ ਲੰਘਦੇ ਗਏ ਤੇ ਮੈਂ ਮਾਂ ਤੋਂ ਹੋਰ ਦੂਰ ਹੁੰਦਾ ਗਿਆ। ਹਫ਼ਤੇ 'ਚ ਕਿਤੇ ਇੱਕ ਵਾਰ ਮਾਂ ਦਾ ਹਾਲ ਪੁੱਛ ਲੈਣਾ, ਨਹੀਂ ਤਾਂ ਮੈਂ ਮਾਂ ਦੇ ਕਮਰੇ 'ਚ ਜਾਂਦਾ ਹੀ ਨਹੀਂ ਸੀ। ਮੇਰਾ ਵੱਡਾ ਭਰਾ ਤਾਂ ਮਾਂ ਨੂੰ ਮਿਲਣ ਵੀ ਨਹੀਂ ਆਉਂਦਾ ਸੀ, ਜਦੋਂ ਕਿ ਘਰ ਬਿਲਕੁਲ ਕੋਲੇ ਹੀ ਸੀ। ਉਹ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਬਹੁਤ ਖੁਸ਼ ਸੀ। ਮਾਂ ਮੈਨੂੰ ਅਕਸਰ ਪੁੱਛਦੀ ਸੀ ਕਿ ਤੇਰੇ ਭਰਾ ਦਾ ਕੀ ਹਾਲ ਹੈ, ਉਹ ਵਿਚਾਰਾ ਪਤਾ ਨਹੀਂ ਕਿਹੜੀਆਂ ਮੁਸ਼ਕਲਾਂ 'ਚ ਹੋਵੇਗਾ। ਇਹ ਸੋਚ ਮਾਂ ਅਪਸੈਟ ਹੋ ਗਈ। ਮਾਂ ਨੂੰ ਇਸ ਤਰ੍ਹਾਂ ਦੇਖ ਮੈਂ ਆਖਿਆ ਕਿ ਮਾਂ, ਉਸ ਨੂੰ ਤੁਹਾਡੀ ਤਾਂ ਕੋਈ ਫਿਕਰ ਨਹੀਂ ਹੈ, ਪਰ ਤੁਸੀਂ ਉਸਦੇ ਹੀ ਗੀਤ ਗਾਉਂਦੇ ਰਹਿੰਦੇ ਹੋ। ਮੇਰੀ ਗੱਲ ਸੁਣ ਮਾਂ ਥੋੜਾ ਮੁਸਕਰਾਈ ਤੇ ਕਿਹਾ ਕਿ ਪੁੱਤ ਉਹ ਥੋੜਾ ਪਰੇਸ਼ਾਨ ਹੋਵੇਗਾ, ਇਸ ਲਈ ਨਹੀਂ ਆਉਂਦਾ ਮੇਰੇ ਕੋਲ। ਮੈਂ ਗੁੱਸੇ 'ਚ ਬੋਲਿਆ ਕਿ ਕੋਈ ਪਰੇਸ਼ਾਨ ਨਹੀਂ ਹੈ, ਉਹ ਆਪਣੇ ਸਾਲੇ ਨੂੰ ਨਵਾਂ ਮੋਟਰਸਾਈਕਲ ਲੈ ਕੇ ਦਿੱਤਾ ਹੈ, ਉਸਨੇ 1.5 ਲੱਖ ਦਾ। ਮੇਰੀ ਗੱਲ ਸੁਣ ਮਾਂ ਬਿਲਕੁਲ ਚੁੱਪ ਹੋ ਗਈ। ਮੈਂ ਮਹਿਸੂਸ ਤਾਂ ਨਹੀਂ ਕਰ ਸਕਿਆ ਪਰ ਮਾਂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਮੈਂ ਜਿਸ ਕੰਪਨੀ 'ਚ ਨੌਕਰੀ ਕਰਦਾ ਸੀ ਉਹਨਾਂ ਨੇ ਮੈਨੂੰ ਦੂਜੇ ਸ਼ਹਿਰ ਭੇਜ ਦਿੱਤਾ ਤੇ ਉੱਥੇ ਘਰ ਵੀ ਦੇ ਦਿੱਤਾ। ਉਸ ਦਿਨ ਮੈਂ ਬਹੁਤ ਖੁਸ਼ ਸੀ। रमा ਨੂੰ ਦੱਸਿਆ
ਤਾਂ ਉਹ ਖੁਸ਼ੀ ਨਾਲ ਝੂਮਣ ਲੱਗੀ। ਮਾਂ ਹੌਲੀ ਹੌਲੀ ਚੱਲਦੀ ਸਾਡੇ ਕੋਲ ਆਈ ਤੇ ਪੁੱਛਿਆ, ਕੀ ਹੋਇਆ ਪੁੱਤ, ਕਿਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ? ਮੈਂ ਮਾਂ ਨੂੰ ਦੱਸਿਆ ਕਿ ਮਾਂ, ਕੰਪਨੀ ਵੱਲੋਂ ਮੈਨੂੰ ਨਵਾਂ ਘਰ, ਨਵੀਂ ਗੱਡੀ ਮਿਲੀ ਹੈ ਤੇ ਮੈਂ ਤੇ ਮੇਰੀ ਨੂੰਹ ਦੋਵੇਂ ਉੱਥੇ ਰਹਿਣ ਲਈ ਜਾ ਰਹੇ ਹਾਂ। ਮਾਂ ਮੁਸਕਰਾਈ ਤੇ ਕਹਿਣ ਲੱਗੀ, ਮਾਲਕ ਸਭ ਨੂੰ ਤਰੱਕੀ ਦੇਵੇ। ਐਨਾ ਆਖ ਮਾਂ ਨੇ ਰਮਾ ਨੂੰ ਕਿਹਾ ਕਿ ਪੁੱਤ ਮੇਰੇ ਕੱਪੜੇ ਵੀ ਪੈਕ ਕਰ ਲਵੀਂ। ਮਾਂ ਦੀ ਗੱਲ ਸੁਣ ਮੈਂ ਕਿਹਾ, ਮਾਂ ਤੁਸੀਂ ਨਹੀਂ ਜਾ ਰਹੇ, ਹੁਣ ਤਾਂ ਸਿਰਫ ਮੈਂ ਤੇ ਰਮਾ ਹੀ ਜਾ ਰਹੇ ਹਾਂ। ਤੁਹਾਨੂੰ ਬਾਅਦ 'ਚ ਬੁਲਾ ਲਵਾਂਗੇ, ਉਹਨਾਂ ਚਿਰ ਤੁਸੀਂ ਵੱਡੇ ਭਰਾ ਕੋਲ ਹੀ ਰਹੋ। ਮੇਰੀ ਗੱਲ ਸੁਣ। ਮਾਂ ਦੇ ਚਿਹਰੇ ਤੇ ਉਦਾਸੀ ਛਾ ਗਈ ਤੇ ਕਿਹਾ, ਚੰਗਾ ਪੁੱਤ, ਕੋਈ ਗੱਲ ਨਹੀਂ, ਮੈਨੂੰ ਫਿਰ ਆਪਣੇ ਭਰਾ ਦੇ ਘਰ ਹੀ ਛੱਡ ਆ। ਮੈਂ ਮਹਿਸੂਸ ਨਹੀਂ ਕਰ ਸਕਿਆ ਸੀ ਮਾਂ ਦਾ ਤੜਫਦਾ ਦਿਲ ਤੇ ਬੇਵਸੀ ਵਾਲੇ ਸ਼ਬਦ। ਉਸ ਦਿਨ ਮਾਂ ਨੇ ਖਾਣਾ ਨਹੀਂ ਸੀ ਖਾਧਾ। ਮਾਂ ਸ਼ਾਇਦ ਬਹੁਤ ਰੋ ਰਹੀ ਸੀ। ਸ਼ਾਮ ਨੂੰ ਭਰਾ ਤੇ ਭਾਬੀ ਘਰ ਆਏ, ਸਾਨੂੰ ਦੇਖ ਕੇ ਥੋੜਾ ਮੁਸਕਰਾਏ। ਮੈਂ ਭਰਾ ਨੂੰ ਕਿਹਾ ਕਿ ਵੀਰ, ਅੱਜ ਤੋਂ ਮਾਂ ਤੁਹਾਡੇ ਕੋਲ ਰਹੇਗੀ। ਭਰਾ ਚੁੱਪ ਰਿਹਾ, ਫਿਰ ਬੋਲਿਆ, ਕਿਉਂ ਵੀਰ, ਤੂੰ ਥੱਕ ਗਿਆ ਹੈ? ਵੀਰ ਦੀ ਗੱਲ ਸੁਣ, ਮੈਂ ਪਿਆਰ ਨਾਲ ਬੋਲਿਆ, ਨਹੀਂ ਵੀਰ, ਅਸਲ 'ਚ ਮੈਨੂੰ ਜੌਬ ਕਰਕੇ ਦੂਜੇ ਸ਼ਹਿਰ ਜਾਣਾ ਪੈ ਰਿਹਾ ਹੈ। ਕੁਝ ਮਹੀਨੇ ਬਾਅਦ ਮੈਂ ਮਾਂ ਨੂੰ ਆ ਕੇ ਲੈ ਜਾਵਾਂਗਾ। ਭਰਾ ਮਾਂ ਵੱਲ ਦੇਖ ਕੇ ਪਰੇਸ਼ਾਨ ਹੋਣ ਲੱਗਾ। ਹਾਂ ਹਾਂ, ਹੁਣ ਤੂੰ ਮੇਰੇ ਤੇ ਬੋਝ ਪਾ ਜਾ, ਮੈਂ ਤਾਂ ਖੁਦ ਬਹੁਤ ਤੰਗ ਹਾਂ। ਭਰਾ ਤੂੰ ਨਾਲ ਹੀ ਲੈ ਕੇ ਜਾ। ਭਾਬੀ ਵੀ ਗੁੱਸੇ 'ਚ ਬੋਲੀ, ਕਿਉਂ, ਤੇਰੀ ਘਰਵਾਲੀ ਨਹੀਂ ਸੰਭਾਲ ਸਕਦੀ? ਮੈਂ ਕਿਹਾ ਕਿ ਭਰਾ ਮੈਂ ਖਰਚਾ ਭੇਜਦਾ ਰਹਾਂਗਾ। ਮੇਰੀ ਗੱਲ ਸੁਣ। ਭਰਾ ਫਿਰ ਬੋਲਿਆ ਕਿ ਤੂੰ ਮੈਨੂੰ ਤਾਂ ਇਸ ਘਰੋਂ ਕੱਢ ਦਿੱਤਾ ਤੇ ਸਾਰਾ ਘਰ ਆਪਣੇ ਨਾਂ ਕਰਵਾ ਲਿਆ ਸੀ, ਹੁਣ ਭੱਜ ਰਿਹਾ। ਜਦੋਂ ਮਤਲਬ ਨਿਕਲ ਗਿਆ ਤਾਂ ਕੁਰਸੀ ਤੇ ਬੈਠੀ ਮਾਂ ਨੇ ਕਿਹਾ, ਮੇਰੇ ਬੱਚਿਓ, ਕਿਉਂ ਲੜਦੇ ਹੋ ਮੇਰੇ ਕਰਕੇ? ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਵਿਧਵਾ ਆਸ਼ਰਮ ਛੱਡ ਆਓ। ਮੇਰੀ ਹੁਣ ਉਮਰ ਹੀ ਕਿੰਨੀ ਕੁ ਬਾਕੀ ਹੈ, ਥੋੜਾ ਜਿਹਾ ਸਫ਼ਰ ਰਹਿ ਗਿਆ ਹੈ ਮੇਰਾ। ਮਾਂ ਉੱਠ ਕੇ ਜਾਣ ਲੱਗੀ ਕਿ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ। ਅਸੀਂ ਜਲਦੀ ਦੋਨੇ ਮਾਂ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਦੂਜਾ ਦਿਲ ਦਾ ਦੌਰਾ ਪਿਆ ਸੀ। ਕਿ ਕੋਈ ਪਰੇਸ਼ਾਨੀ ਹੈ ਘਰ 'ਚ? ਕੁਝ ਟੈਨਸ਼ਨ ਲਈ ਹੈ ਇਹਨਾਂ ਨੇ? ਡਾਕਟਰ ਦੇ ਸਵਾਲ ਕਰਨ ਤੇ ਮੈਂ ਸਿਰ ਝੁਕਾ ਲਿਆ ਤੇ ਬੋਲਿਆ, ਡਾਕਟਰ ਸਾਹਿਬ, ਬਸ ਘਰ 'ਚ ਛੋਟੀ ਮੋਟੀ ਗੱਲਬਾਤ ਹੁੰਦੀ ਰਹਿੰਦੀ ਹੈ। ਜਦੋਂ ਮਾਂ ਨੂੰ ਹੋਸ਼ ਆਇਆ ਤਾਂ ਮੈਂ ਕੋਲ ਹੀ ਖੜਾ ਸੀ। ਮਾਂ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਸ਼ਾਇਦ ਸ਼ਬਦ ਅਟਕ ਵੀ ਰਿਹਾ ਸੀ। ਸ਼ਾਇਦ ਅਟੈਕ ਕਰਕੇ ਉਹਨਾਂ ਦੀ ਜ਼ੁਬਾਨ ਵੀ ਪੈਰਾਲਾਈਜ਼ ਦਾ ਸ਼ਿਕਾਰ ਹੋ ਗਈ ਸੀ। ਮਾਂ ਨੇ ਖਾਣਾ ਪੀਣਾ ਸਭ ਛੱਡ ਦਿੱਤਾ। ਡਾਕਟਰ ਨੇ ਘਰ ਭੇਜ ਦਿੱਤਾ। ਸਾਰੇ ਡਾਕਟਰ ਜਵਾਬ ਦੇ ਰਹੇ ਸਨ ਕਿਉਂਕਿ ਕੋਈ ਦਵਾਈ ਅਸਰ ਨਹੀਂ ਸੀ ਕਰ ਰਹੀ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਭਰਾ ਵੀ ਕੋਲ ਖੜਾ ਸੀ ਤੇ ਮਾਂ ਦੀ ਹਾਲਤ ਦੇਖ ਤੜਫਣ ਲੱਗਾ। ਡਾਕਟਰ ਨੇ ਆਖ ਦਿੱਤਾ ਸੀ ਕਿ ਘਰ ਲੈ ਜਾ ਕੇ ਇਹਨਾਂ ਦੀ ਸੇਵਾ ਕਰੋ। ਮਾਂ ਨੂੰ ਘਰ ਲੈ ਆਏ। ਮਾਂ ਬਿਲਕੁਲ ਚੁੱਪ ਹੋ ਗਈ ਸੀ, ਜਿਵੇਂ ਬਿਸਤਰੇ ਤੇ ਕੋਈ ਲਾਸ਼ ਪਈ ਹੋਵੇ। ਨਾ ਕੁਝ ਖਾਂਦੀ ਸੀ ਤੇ ਨਾ ਹੀ ਕੋਈ ਗੱਲ ਕਰਦੀ ਸੀ। ਇੱਕ ਦਿਨ ਮੈਨੂੰ ਇੱਕ ਦੋਸਤ ਨੇ ਦੱਸਿਆ ਕਿ ਕੋਈ ਪੀਰ ਬਾਬਾ ਹੈ, ਤੂੰ ਉਸ ਨੂੰ ਮਾਂ ਨੂੰ ਦਿਖਾ, ਸ਼ਾਇਦ ਉਹ ਠੀਕ ਕਰ ਦੇਣ। ਪੀਰ ਬਾਬਾ ਕੋਲ ਗਿਆ ਤਾਂ ਪੀਰ ਬਾਬਾ ਮੇਰੇ ਵੱਲ ਦੇਖ ਕੇ ਬੋਲੇ, ਬੇਟਾ ਇੱਧਰ ਮੇਰੇ ਕੋਲ ਬੈਠ ਜਾ। ਮੈਂ ਬੋਲਿਆ ਕਿ ਬਾਬਾ ਜੀ, ਮੇਰੀ ਮਾਂ ਬਿਮਾਰ ਹੈ, ਉਹਨਾਂ ਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਦਵਾਈ ਅਸਰ ਨਹੀਂ ਕਰ ਰਹੀ ਤੇ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਹੈ। ਮੇਰੀ ਗੱਲ ਸੁਣ। ਪੀਰ ਬਾਬਾ ਨੇ ਕਿਹਾ ਕਿ ਇਹ ਤਾਂ ਮਾਮਲਾ ਹੀ ਛੋਟਾ ਜਿਹਾ ਹੈ, ਜਾ ਘਰੋਂ ਖੀਰ ਦਾ ਡੱਬਾ ਲੈ ਕੇ ਆ। ਮੈਂ ਹੈਰਾਨ ਸੀ, ਪਰ ਘਰੋਂ ਖੀਰ ਦਾ ਡੱਬਾ ਲੈ ਆਇਆ ਤਾਂ ਪੀਰ ਬਾਬਾ ਨੇ ਉਸ ਡੱਬੇ ਤੇ 12 ਵਾਰ ਫੂਕ ਮਾਰ ਕੇ ਇੱਕ ਬੋਤਲ 'ਚ ਪਾਣੀ ਭਰ ਕੇ ਉਸ 'ਚ 30 ਫੂਕਾਂ ਮਾਰੀਆਂ ਤੇ ਕਹਿਣ ਲੱਗੇ ਕਿ ਘਰ ਜਾ ਕੇ ਸਭ ਤੋਂ ਪਹਿਲਾਂ ਮਾਂ ਦੇ ਕੋਲ ਜਾ ਕੇ ਬੈਠ ਜਾਵੇਂ ਤੇ ਮਾਂ ਨੂੰ ਆਖੀ ਕਿ ਮਾਂ ਤੂੰ ਪਰੇਸ਼ਾਨ ਨਾ ਹੋ, ਤੂੰ ਠੀਕ ਹੋ ਜਾਵੇਂਗੀ ਤੇ ਆਪਣੇ ਹੱਥਾਂ ਨਾਲ ਇਹ ਖੀਰ ਮਾਂ ਨੂੰ ਖਵਾ ਦੇਵੇਂ। ਫਿਰ ਇਹ ਪਾਣੀ ਆਪਣੇ ਭਰਾ ਨੂੰ ਆਖੀ ਕਿ ਉਹ ਮਾਂ ਨੂੰ ਪਿਆਵੇ। ਜਿਵੇਂ ਮੈਂ ਕਿਹਾ ਹੈ ਉਸੇ ਤਰ੍ਹਾਂ ਕਰਨਾ ਹੈ। ਮੈਂ ਘਰ ਜਾ ਕੇ ਮਾਂ ਕੋਲ ਬੈਠਾ ਤੇ ਜਿਵੇਂ ਪੀਰ ਬਾਬਾ ਨੇ ਕਿਹਾ ਸੀ
ਉਵੇਂ ਹੀ ਕੀਤਾ। ਜਦੋਂ ਮੈਂ ਮਾਂ ਨੂੰ ਸਹਾਰਾ ਦੇ ਕੇ ਬਿਠਾਇਆ ਤੇ ਆਪਣੇ ਹੱਥ ਨਾਲ ਖੀਰ ਖਵਾ ਰਿਹਾ ਸੀ ਤਾਂ ਮਾਂ ਨੇ ਬਿਲਕੁਲ ਵੀ ਮਨਾ ਨਹੀਂ ਕੀਤਾ ਤੇ ਸਾਰੀ ਖੀਰ ਖਾ ਲਈ। ਜਦੋਂ ਪਾਣੀ ਮੰਗਿਆ ਤਾਂ ਭਰਾ ਨੇ ਪਾਣੀ ਦਾ ਗਿਲਾਸ ਮਾਂ ਦੇ ਮੂੰਹ ਨੂੰ ਲਾਇਆ ਤਾਂ ਮਾਂ ਸਾਰਾ ਪਾਣੀ ਪੀ ਗਈ। ਇਹ ਦੇਖ ਮੈਂ ਹੈਰਾਨ ਰਹਿ ਗਿਆ ਤੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ। ਮਾਂ ਦਾ ਜਿਹੜਾ ਹੱਥ ਹਰਕਤ ਕਰਦਾ ਸੀ, ਮਾਂ ਨੇ ਉਹ ਹੱਥ ਮੇਰੇ ਸਿਰ ਤੇ ਰੱਖਿਆ ਤਾਂ ਮੇਰਾ ਦਿਲ ਭਰ ਆਇਆ। ਦੂਜੇ ਦਿਨ ਮੈਂ ਮਿਠਾਈ ਦਾ ਡੱਬਾ ਲੈ ਕੇ ਪੀਰ ਬਾਬਾ ਕੋਲ ਗਿਆ ਤਾਂ ਪੀਰ ਬਾਬਾ ਮੇਰੇ ਚਿਹਰੇ ਨੂੰ ਦੇਖ ਕੇ ਸਮਝ ਗਏ ਤੇ ਬੋਲੇ ਕਿ ਬੇਟਾ, ਤੇਰੀ ਮਾਂ ਨੂੰ ਜੋ ਮੈਂ ਖੀਰ ਤੇ ਪਾਣੀ ਦਿੱਤਾ ਸੀ ਉਸ 'ਚ ਕੋਈ ਮੰਤਰ ਨਹੀਂ ਮਾਰਿਆ। ਮੈਨੂੰ ਪਤਾ ਲੱਗ ਗਿਆ ਸੀ ਕਿ ਤੇਰੀ ਮਾਂ ਸਿਰਫ ਆਪਣੇ ਬੇਟਿਆਂ ਦੇ ਪਿਆਰ ਦੀ ਭੁੱਖੀ ਹੈ ਤੇ ਉਹਨਾਂ ਨੂੰ ਤੁਹਾਡਾ ਪਿਆਰ ਚਾਹੀਦਾ ਸੀ। ਤੇ ਜਦੋਂ ਕੋਈ ਪੁੱਤ ਆਪਣੀ ਮਾਂ ਨੂੰ ਪਿਆਰ ਨਾਲ ਪੁੱਛਦਾ ਹੈ ਕਿ ਮਾਂ ਤੁਸੀਂ ਕਿਵੇਂ ਹੋ, ਤਾਂ ਮਾਂ ਕਿੰਨੇ ਵੀ ਬਿਮਾਰ ਹੋਵੇ ਉਹ ਇਹਨਾਂ 2 ਬੋਲਾਂ ਨਾਲ ਹੀ ਠੀਕ ਹੋ ਜਾਂਦੀ ਹੈ। ਬੇਟਾ, ਜੇਕਰ ਤੁਸੀਂ ਪਹਿਲਾਂ ਹੀ ਆਪਣੇ ਹੱਥ ਨਾਲ ਆਪਣੀ ਮਾਂ ਨੂੰ ਦਵਾਈ ਖਵਾਉਂਦੇ ਤਾਂ ਤੁਹਾਡੀ ਮਾਂ ਬਿਮਾਰ ਹੁੰਦੀ ਹੀ ਨਾ। ਬੇਟਾ, ਇੱਕ ਗੱਲ ਪੁੱਛਾਂ, ਜਿਸ ਮਾਂ ਦੀ ਬੁੱਕਲ 'ਚ ਖੇਡ ਕੇ ਤੁਸੀਂ ਵੱਡੇ ਹੋਏ ਹੋ, ਕਿ ਉਹ ਮਾਂ ਤੁਹਾਡੇ ਤੇ ਬੋਝ ਬਣ ਗਈ ਹੈ? ਪੀਰ ਬਾਬਾ ਦੀ ਗੱਲ ਸੁਣ ਮੇਰੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਮੈਂ ਕਿਹਾ ਕਿ ਬਾਬਾ, ਮੈਂ ਆਪਣੀ ਮਾਂ ਦਾ ਦਰਦ ਮਹਿਸੂਸ ਨਹੀਂ ਕਰ ਸਕਿਆ। ਬਾਬਾ, ਮੈਨੂੰ ਮੁਆਫ ਕਰ ਦਿਓ। ਮੇਰੀ ਗੱਲ ਸੁਣ, ਬਾਬਾ ਕਹਿਣ ਲੱਗੇ ਕਿ ਮੁਆਫੀ ਮੇਰੇ ਤੋਂ ਨਹੀਂ, ਆਪਣੀ ਮਾਂ ਦੇ ਪੈਰ ਛੂ ਕੇ ਉਹਨਾਂ ਤੋਂ ਮੰਗੋ। ਜਿਹੜੀ ਔਲਾਦ ਆਪਣੇ ਮਾਂ-ਬਾਪ ਨੂੰ ਬੁਢਾਪੇ 'ਚ ਸੀਨੇ ਨਾਲ ਲਾ ਕੇ ਰੱਖਦੀ ਹੈ, ਉਹ ਬੱਚੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਹਨ। ਜੇਕਰ ਬੱਚੇ ਆਪਣੇ ਮਾਂ-ਬਾਪ ਨੂੰ ਚੰਗੀ ਤਰ੍ਹਾਂ ਰੱਖਣ ਤਾਂ ਉਹਨਾਂ ਦੇ ਬੱਚੇ ਉਹਨਾਂ ਤੋਂ ਸਿੱਖ ਕੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸੰਭਾਲਣਗੇ। ਪੀਰ ਬਾਬਾ ਦੀਆਂ ਗੱਲਾਂ ਸੁਣ ਮੈਂ ਉੱਠਿਆ ਤੇ ਦਫ਼ਤਰ ਫੋਨ ਕੀਤਾ ਤੇ ਦੂਜੇ ਸ਼ਹਿਰ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਮੈਂ ਆਪਣੀ ਮਾਂ ਨਾਲ ਇੱਥੇ ਹੀ ਰਹਾਂਗਾ ਤੇ ਇੱਥੇ ਹੀ ਨੌਕਰੀ ਕਰਾਂਗਾ। ਮੈਂ ਤੇ ਮੇਰਾ ਭਰਾ ਦੋਵੇਂ ਇਕੱਠੇ ਇੱਕ ਹੀ ਘਰ 'ਚ ਮਾਂ ਨਾਲ ਰਹਿਣ ਲੱਗੇ। 2 ਮਹੀਨਿਆਂ 'ਚ ਹੀ ਮਾਂ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਤੰਦਰੁਸਤ ਹੋ ਗਏ ਸਨ ਤੇ ਸਾਨੂੰ ਦੋਵਾਂ ਨੂੰ ਦੇਖ ਬਹੁਤ ਖੁਸ਼ ਸਨ। ਸੋ ਦੋਸਤੋ, ਹਮੇਸ਼ਾ ਆਪਣੇ ਮਾਂ-ਬਾਪ ਦੀ ਕਦਰ ਕਰੋ ਤੇ ਕਦੇ ਵੀ ਬੁਢਾਪੇ 'ਚ ਉਹਨਾਂ ਦਾ ਸਾਥ ਨਾ ਛੱਡੋ ਤੇ ਸਮਾਂ ਕੱਢ ਕੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।